ਬਿਸਮਿਲ੍ਲਾਹਿਰਰਹਿਮਾਨਿਰਰਹੀਮ। ਲਓ ਵੀ ਦੋਸਤੋ ਤੇ ਸਾਥੀਓ, ਅੱਜ ਮੈਂ ਤੁਹਾਨੂੰ ਇੱਕ ਐਸੀ ਗੱਲ ਦੱਸਣਾ ਆ ਜਿਹੜੀ ਮੇਰਾ ਖਿਆਲ ਹੈ ਕਿ ਤੁਸੀਂ ਸੁਣਨਾ ਚਾਹੁੰਦੇ ਹੋ। ਮੈਂ ਕੋਈ ਪ੍ਰੋਪੇਗੰਡਾ ਨਹੀਂ ਕਰਦਾ, ਨਾ ਮੇਰਾ ਇਹਦੇ 'ਤੇ ਯਕੀਨ ਹੈ, ਨਾ ਮੈਂ ਆਪਣੀ ਜ਼ਿੰਦਗੀ 'ਚ ਗਲਤ ਮਾਲੂਮਾਤ, ਜਿਹਨੂੰ ਕਹਿੰਦੇ ਆ ਮਿਸ ਇਨਫੋਰਮੇਸ਼ਨ, ਇਨਫੋਰਮੇਸ਼ਨ ਜਾਂ ਫੇਕ ਨਿਊਜ਼ ਫੈਲਾਉਣਾ ਹੈ। ਮੈਂ ਤਾਂ ਆਪਣੀ ਸੱਚੀ ਗੱਲ, ਅਕਲ ਦੀ ਗੱਲ ਅਤੇ ਹਮੇਸ਼ਾ ਮਤ ਦੀ ਗੱਲ ਕੀਤੀ ਹੈ। ਜਿਹੜੀ ਮੇਰੀ ਅਕਲ ਅਤੇ ਮੇਰਾ ਦਿਮਾਗ ਅਤੇ ਮੇਰਾ ਦਿਲ ਸਮਝਦਾ ਹੈ ਕਿ ਗੱਲ ਕਰਨੀ ਚਾਹੀਦੀ ਹੈ, ਭਾਵੇਂ ਉਹਨੂੰ ਕੋਈ ਸੁਣੇ ਨਾ ਸੁਣੇ, ਮੈਨੂੰ ਇਹਦੇ ਨਾਲ ਕੋਈ ਦਿਲਚਸਪੀ ਨਹੀਂ। ਅੱਜ ਮੈਂ ਗੱਲ ਇਹ ਕਰਨਾ ਕਿ ਅਸੀਂ ਪਾਕਿਸਤਾਨ ਨੂੰ ਚੰਗਾ, ਵੱਡਾ ਅਤੇ ਅੱਛਾ ਮੁਲਕ ਕਿਵੇਂ ਬਣਾ ਸਕਦੇ। ਬਹੁਤ ਸਾਰੇ ਸਿਆਸਤਦਾਨਾਂ ਨੇ ਇਹਦੀਆਂ ਤਕਰੀਰਾਂ ਕੀਤੀਆਂ, ਲੇਕਿਨ ਅਮਲੀ ਤੌਰ 'ਤੇ ਅਸੀਂ ਵੇਖਿਆ ਕਿ ਸਾਡਾ ਪਾਕਿਸਤਾਨ ਪਹਿਲੇ ਤੋਂ ਵੀ ਪਿੱਛੇ। ਤੁਹਾਨੂੰ ਮੈਂ ਅੱਜ ਬੜਾ ਆਸਾਨ ਜਿਹਾ ਸਿੱਧਾ ਗੁਰ ਦੱਸਣਾ ਆ ਕਿ ਪਾਕਿਸਤਾਨ ਚੰਗਾ ਅਤੇ ਵੱਡਾ ਅਤੇ ਬਾਇੱਜ਼ਤ ਮੁਲਕ ਕਿਵੇਂ ਬਣ ਸਕਦਾ। ਬੜਾ ਸਿੱਧਾ ਜਿਹਾ ਅਸੂਲ ਹੈ। ਤੁਹਾਨੂੰ ਇਹਦੀ ਮੈਂ ਸਬੂਤ ਦੇ ਤੌਰ 'ਤੇ ਇੱਕ ਕਹਾਣੀ ਵੀ ਸੁਣਾਉਣਾ, ਜਿਹੜੀ ਚੀਨੀ ਕਹਾਣੀ ਹੈ ਕਿ ਇੱਕ ਚੀਨੀ ਦੀ ਇੱਕ ਕੁਹਾੜੀ ਕਿਤੇ ਚੋਰੀ ਹੋ ਗਈ ਅਤੇ ਉਹ ਬੜਾ ਪਰੇਸ਼ਾਨ ਹੋਇਆ। ਬਾਹਰ ਨਿਕਲਿਆ ਅਤੇ ਹਮਸਾਇਆਂ ਦਾ ਮੁੰਡਾ ਇੱਕ ਨੁੱਕਰ 'ਤੇ ਖਲੋਤਾ ਸੀ। ਉਹਨੂੰ ਲੱਗਿਆ ਕਿ ਮੇਰੀ ਕੁਹਾੜੀ ਇਹਨੇ ਚੋਰੀ ਕੀਤੀ ਹੈ, ਕਿਉਂਕਿ ਇਹਦੀ ਚਾਲ ਢਾਲ ਬਿਲਕੁਲ ਚੋਰਾਂ ਵਾਂਗੀ ਹੈ। ਥੋੜ੍ਹੀ ਦੇਰ ਬਾਅਦ ਉਹਨੇ ਵੇਖਿਆ ਅਤੇ ਉਹਦੇ ਨਾਲ ਜਿਹੜੇ ਮੁੰਡੇ ਮਿਲੇ, ਉਹ ਵੀ ਉਹ ਸੀ ਜਿਨ੍ਹਾਂ ਦਾ ਕਰੈਕਟਰ ਚੰਗਾ ਨਹੀਂ ਸੀ। ਉਹਨੇ ਕਿਹਾ, ਲਓ ਜੀ, ਇਹਦਾ ਉੱਠਣਾ ਬਹਿਣਾ ਵੀ ਚੋਰਾਂ 'ਚ। ਕਿੱਸਾ ਕਿਹਾ ਕਿ 2-3 ਦਿਨ ਦੇ ਵਿੱਚ ਉਹਨੂੰ ਇਹ ਸਾਬਤ ਹੋ ਗਿਆ ਕਿ ਮੇਰੀ ਜਿਹੜੀ ਕੁਹਾੜੀ ਹੈ, ਐਸੇ ਮੁੰਡੇ ਨੇ ਚੋਰੀ ਕੀਤੀ ਹੈ, ਇਹ ਪੱਕਾ ਚੋਰ ਹੈ। ਕਿਸਮਤ ਦੀ ਕਰਨੀ ਹੋਈ ਕਿ ਤੀਜੇ ਕੁ ਦਿਨ ਉਹਦੀ ਕੁਹਾੜੀ ਉਹਦੇ ਘਰੋਂ ਹੀ ਕਿਸੇ ਖੁੱਡੇ 'ਚੋਂ ਲੱਭੀ। ਬਾਹਰ ਨਿਕਲਿਆ ਅਤੇ ਉਹ ਮੁੰਡਾ ਉੱਥੇ ਹੀ ਖਲੋਤਾ ਸੀ। ਅਤੇ ਉਹ ਚੀਨੀ ਨੂੰ ਲੱਗਿਆ, ਇਹ ਤਾਂ ਬੜਾ ਸ਼ਰੀਫ ਬਾਲ ਹੈ, ਇਹ ਤਾਂ ਚੰਗਾ ਮੁੰਡਾ ਲੱਗਦਾ ਹੈ। ਵੇਖਿਆ ਅਤੇ ਉਹਨੂੰ 2-3 ਮੁੰਡੇ ਵੀ ਚੰਗੇ ਮਿਲਣ ਆਏ ਅਤੇ ਉਹਨੇ ਕਿਹਾ, ਯਾਰ, ਇਹਦਾ ਤਾਂ ਉੱਠਣਾ ਬਹਿਣਾ ਵੀ ਚੰਗਿਆਂ ਮੁੰਡਿਆਂ 'ਚ। ਹੁਣ ਇਹ ਵੀ ਕਾਮ ਜੀ ਸਿੱਧੀ ਜੀ ਕਹਾਣੀ ਹੈ, ਲੇਕਿਨ ਅਗਰ ਤੁਸੀਂ ਇਹਦਾ ਤਜਜ਼ੀਆ ਕਰੋ ਤਾਂ ਗੱਲ ਬੜੀ ਸਮਝ ਆਉਂਦੀ ਹੈ ਕਿ ਸਾਰਾ ਖੇਡ ਸਾਡੀ ਆਪਣੀ ਸੋਚ ਦਾ, ਜਿਹਨੂੰ ਅੰਗਰੇਜ਼ੀ 'ਚ ਕਹਿੰਦੇ ਆ ਪਰਸੈਪਸ਼ਨ ਜਾਂ ਇਦਰਾਕ ਦਾ। ਬੁਨਿਆਦੀ ਤੌਰ 'ਤੇ ਮੈਂ ਤੁਹਾਨੂੰ ਦੱਸਣਾ, ਇਹ ਇਦਰਾਕ ਬਣਦਾ ਕਿਵੇਂ। ਜਿਹੜੀ ਵੀ ਮਾਲੂਮਾਤ ਸਾਡੇ ਜ਼ਿਹਨ ਤੱਕ ਪਹੁੰਚਦੀ ਹੈ, ਉਹ ਸਾਡੇ ਹਵਾਸੇ ਖਮਸਾ ਯਾਨੀ 5 ਅੱਲਾਹ ਤਾਲਾ ਨੇ ਜਿਹੜੇ ਸੋਰਸ ਦਿੱਤੇ ਨੇ, ਉਹਦੇ ਜ਼ਰੀਏ ਸਾਰਾ ਡਾਟਾ ਸਾਨੂੰ ਵਸੂਲ ਹੁੰਦਾ ਹੈ। ਮਤਲਬ ਜੋ ਦੇਖਨੇ, ਜੋ ਬੋਲਨੇ, ਜੋ ਆਪਣਾ ਚੱਖਨੇ, ਜੋ ਛੂਨੇ, ਜੋ ਸੁਣਨੇ, ਇਹ ਜਿਹੜੀਆਂ 5 ਅੱਲਾਹ ਤਾਲਾ ਨੇ ਸਾਨੂੰ 5 ਸੈਂਸਿਸ ਦਾ ਹਵਾਸੇ ਖਮਸਾ ਦਿੱਤੀਆਂ ਨੇ, ਇਹਦੇ ਤੋਂ ਅਸੀਂ ਬੈਰੂਨੀ ਦੁਨੀਆ ਦਾ ਯਾਨੀ ਆਪਣੇ ਤੋਂ ਬਾਹਰ ਦੀ ਦੁਨੀਆ ਦਾ ਡਾਟਾ ਵਸੂਲ ਕਰਨਾ। ਹੁਣ ਅਗਰ ਉਸ ਡਾਟੇ ਦੇ ਵਿੱਚ ਕੋਈ ਚੱਜ ਦੀ ਗੱਲ ਨਹੀਂ ਹੈਗੀ ਅਤੇ ਸਾਡੇ ਕੋਲ ਜਿਹੜੀ ਮਾਲੂਮਾਤ ਆਏਗੀ ਉਹ ਵੀ ਚੱਜ ਦੀ ਨਹੀਂ ਹੋਏਗੀ। ਇਹਦਾ ਮਤਲਬ ਹੈ ਅਸੀਂ ਜਿਹੜੀ ਰਾਏ ਕਾਇਮ ਕਰਾਂਗੇ ਉਹ ਉਸੇ ਡਾਟੇ ਦੀ ਬੇਸ 'ਤੇ ਹੋਏਗੀ ਜਾਂ ਉਸ ਮਾਲੂਮਾਤ ਦੇ ਤਜਜ਼ੀਏ ਦੀ ਬੇਸ 'ਤੇ ਹੋਏਗੀ ਜਿਹੜੀ ਬਾਹਰ ਦੁਨੀਆ 'ਤੇ ਸਾਨੂੰ ਮਿਲਿਆ। ਹੁਣ ਮੁਸੀਬਤ ਹੈ ਕਿ ਪਾਕਿਸਤਾਨ ਪਿਛਲੇ ਕੋਈ 25-30, 35, 40 ਸਾਲਾਂ ਦਾ ਇਹਦੀ ਇੰਨੀ ਕੁ ਬੁਰਾਈ ਦੁਨੀਆ 'ਚ ਕੀਤੀ ਗਈ ਹੈ, ਬੈਨ ਅਲ-ਅਕਵਾਮੀ ਮੀਡੀਆ 'ਚ ਬੁਰਾਈ, ਅਸੀਂ ਆਪ ਹੀ ਆਖਰ 'ਤੇ ਸ਼ੁਰੂ ਹੋ ਗਏ ਆਪਣੇ ਆਪ ਨੂੰ ਭੈੜਾ ਕਹਿਣ। ਸਵੇਰੇ ਤੁਸੀਂ ਖਬਰਾਂ ਚੁੱਕ ਕੇ ਦੇਖ ਲਓ ਅਤੇ 25 ਕਰੋੜ ਦਾ ਮੁਲਕ ਹੈ, ਲੇਕਿਨ ਤੁਹਾਨੂੰ ਲੱਗੇਗਾ ਕਿ ਇੱਥੇ ਸਿਵਾਏ ਹਾਦਸਿਆਂ ਦੇ, ਕਤਲੋ ਗਾਰਤ ਅਤੇ ਮਾਰ ਕੁਟਾਈ ਅਤੇ ਰੇਪ ਅਤੇ ਹੋਰ ਕੁਛ ਨਹੀਂ ਹੈ। ਹਾਲਾਂਕਿ ਇੱਥੇ ਇੰਨੀਆਂ ਚੰਗੀਆਂ ਗੱਲਾਂ ਨੇ। ਤੁਸੀਂ ਪੰਜਾਬ ਚਲੇ ਜਾਓ, ਮੇਲੇ ਹੋ ਰਹੇ ਹੋਣਗੇ, ਕਬੱਡੀ ਦੇ ਟੂਰਨਾਮੈਂਟ, ਫੁੱਟਬਾਲ ਦੇ ਟੂਰਨਾਮੈਂਟ, ਸ਼ਾਦੀਆਂ, ਵਿਆਹਾਂ, ਖੂਬਸੂਰਤ ਜਗ੍ਹਾ 'ਤੇ ਲੋਕ ਸੈਰ ਸਪਾਟੇ ਕਰ ਰਹੇ ਨੇ। ਪਾਕਿਸਤਾਨ ਦੇ ਮੁੰਡੇ ਅਤੇ ਕੁੜੀਆਂ ਕਿੱਥੇ ਦਾ ਲੱਗਦਾ ਹੈ, ਇੰਟਰਨੈਸ਼ਨਲ ਚੈਂਪੀਅਨ ਬਣ ਜਾਂਦੇ ਨੇ। ਕੋਈ ਇੱਕ ਅੱਧਾ ਇਹਨਾਂ ਨੂੰ ਲੱਭ ਜਾਏ ਅਤੇ ਉਸ ਨੂੰ ਜਨਾਬ ਹੈ ਲੈ ਕੇ ਤੇ ਚਲੇ ਜਾਣਗੇ, ਉਹਦੇ ਪਿੱਛੇ ਵੀ ਬਦਨੀਤੀ ਸ਼ਾਮਲ ਹੁੰਦੀ। ਮੈਂ ਕਹਿਣਾ ਹੈ ਕਿ ਦੇਖੋ ਮੇਰੇ ਸਾਥੀਓ ਅਤੇ ਦੋਸਤੋ, ਅਗਰ ਤੁਸੀਂ ਅੱਜ ਇਹ ਸੋਚਣਾ ਸ਼ੁਰੂ ਕਰ ਦਿਓਗੇ ਜਾਂ ਅਸੀਂ ਸੋਚਣਾ ਸ਼ੁਰੂ ਕਰ ਦਿਆਂਗੇ ਕਿ ਸਾਡਾ ਮੁਲਕ ਬੜਾ ਚੰਗਾ ਹੈ, ਕਦੀ ਕਦੀ ਲੋਕ ਵਿਚਾਰੇ ਕਹਿੰਦੇ ਵੀ ਨੇ,
ਨਕਸ਼ੇ ਦਿਖਾਉਣਗੇ, ਗੱਲਾਂ ਕਰਨਗੇ, ਪਾਕਿਸਤਾਨ ਦੇ ਟੈਲੈਂਟ ਦੀ ਗੱਲ ਕਰਨਗੇ, ਵਸਾਇਲ ਦੀ ਗੱਲ ਕਰਨਗੇ, ਲੇਕਿਨ ਅਮਲੀ ਤੌਰ 'ਤੇ ਅਸੀਂ ਯਕੀਨ ਨਹੀਂ ਕਰਦੇ ਕਿ ਇਹ ਗੱਲ ਸਹੀ ਹੈ ਕਿ ਨਹੀਂ। ਇੱਕ ਲਿਹਾਜ਼ ਨਾਲ ਅਸੀਂ ਕਹਿ ਸਕਦੇ ਹਾਂ ਕਿ ਅਸੀਂ ਉਹ ਬਦਕਿਸਮਤ ਕੌਮ ਹੈ ਜਿਹਨੂੰ ਪੰਜਾਬੀ 'ਚ ਕਹਿੰਦੇ ਨੇ ਜਿੱਥੋਂ ਖਾਂਦੇ ਨੇ ਉੱਥੇ ਛੇਦ ਕਰਦੇ ਨੇ, ਜਾਂ ਜਿਹਨੂੰ ਕਹਿ ਲਓ ਉਹ ਕੌਮ ਹੈ ਜਿਹਦੇ ਬਾਰੇ ਕੁਰਾਨ 'ਚ ਵੀ ਕਿਹਾ ਗਿਆ ਔਰ ਤੁਮ ਕੌਣ ਕੌਣ ਸੀ ਨਿਯਮਤੋਂ ਕੋ ਝਟਲਾਓਗੇ। ਮੈਂ ਇਹ ਗੱਲ ਦਾਅਵੇ ਨਾਲ ਕਹਿ ਸਕਦਾ ਕਿਉਂਕਿ ਮੈਂ ਕਈ ਮੁਲਕ ਵੇਖੇ ਨੇ ਕਿ ਪਾਕਿਸਤਾਨ ਦੇ ਵਿੱਚ ਜਿਹੜੇ ਵਸਾਇਲ ਨੇ ਜਾਂ ਜਿਤਨੇ ਚੰਗੇ ਲੋਕ ਨੇ, ਮਹਿਮਾਨ ਨਵਾਜ਼ ਨੇ, ਦੋਸਤਾਂ ਦੇ ਦੋਸਤ ਨੇ, ਯਾਰਾਂ ਦੇ ਯਾਰ ਨੇ, ਸਾਰੀ ਜ਼ਿੰਦਗੀ ਆਪਣੇ ਯਾਰਾਂ ਨਾਲ ਨਿਭਾ ਦਿੰਦੇ ਨੇ। ਇੱਕ ਸਾਡੀ ਸਕਾਫਤ ਹੈ, ਇੱਕ ਆਪਣਾ ਕਲਚਰ ਹੈ, ਲੇਕਿਨ ਇਹ ਬੜੇ ਦੁੱਖ ਦੀ ਗੱਲ ਹੈ ਕਿ ਆਪਣੀ ਅਸੀਂ ਚੰਗੀਆਂ ਗੱਲਾਂ ਵੀ ਛੱਡ ਕੇ ਅਤੇ ਜਿਹੜੀਆਂ ਯੂਰਪ ਦੀਆਂ ਭੈੜੀਆਂ ਗੱਲਾਂ ਨੇ ਉਹਨਾਂ ਪਿੱਛੇ ਨੱਸ ਪਏ। ਮੁੰਡੇ ਸਾਡੇ ਜਾਂਦੇ ਨੇ, ਉਹ ਡੰਕੀ ਮਾਰ ਕੇ ਉੱਥੇ ਰਸਤੇ 'ਚ ਮਾਰੇ ਜਾਂਦੇ ਨੇ। ਹਾਲਾਂਕਿ ਡੰਕੀ ਮਾਰ ਕੇ ਤੁਸੀਂ ਜਾਓ ਤਾਂ ਇਹਦਾ ਮਤਲਬ ਹੈ ਤੁਸੀਂ ਸਿੱਧਾ ਜਹੰਨਮ 'ਚ ਚਲੇ ਗਏ, ਕਿਉਂਕਿ ਨਾ ਤਾਂ ਤੁਹਾਡਾ ਕੋਈ ਉੱਥੇ ਹੱਕ ਹੈ, ਨਾ ਤੁਹਾਨੂੰ ਸਹੀ ਤਨਖਾਹ ਲੱਭਦੀ ਹੈ। ਉਹ ਕੋਈ ਇੱਕ ਅੱਧਾ ਕੇਸ ਅਗਰ ਕਾਮਯਾਬ ਹੋ ਜਾਏ ਤਾਂ ਪੂਰੇ ਪਿੰਡਾਂ ਦੇ ਪਿੰਡ ਟੁਰ ਪੈਂਦੇ ਨੇ ਉਹਦੇ ਪਿੱਛੇ ਕਿ ਚਲੋ ਜੀ ਤੁਸੀਂ ਵੀ ਜਨਾਬ ਉੱਥੇ ਜਾ ਕੇ ਦਰਖਤਾਂ ਨਾਲ ਨੋਟ ਲੱਗੇ ਇਹਨਾਂ ਨੂੰ ਲਾ ਲਿਆਓ। ਉਹ ਭਾਈ ਗੱਲ ਹੈਗੀ ਹੈ, ਇੱਕ ਗੱਲ ਯਾਦ ਰੱਖੋ, ਜੇ ਤੁਸੀਂ ਇੱਥੇ ਚੰਗੇ ਹੋ ਨਾ ਅਤੇ ਬਾਕੀ ਦੁਨੀਆ 'ਚ ਵੀ ਚੰਗੇ ਹੋ, ਅਤੇ ਜੇ ਇੱਥੇ ਇੱਜ਼ਤ ਹੈ ਨਾ ਅਤੇ ਬਾਕੀ ਦੁਨੀਆ ਦੇ ਵਿੱਚ ਵੀ ਇੱਜ਼ਤ ਹੁੰਦੀ ਹੈ। ਇਹ ਮੇਰੀ ਗੱਲ ਤੁਸੀਂ ਪੱਲੇ ਬੰਨ੍ਹ ਲਓ। ਕਿਸੇ ਦੁਨੀਆ ਦੇ ਮੁਲਕ ਦੇ ਵਿੱਚ ਬਗੈਰ ਮਿਹਨਤ ਤੋਂ ਤੁਸੀਂ ਕੁਛ ਨਹੀਂ ਕਰ ਸਕਦੇ, ਅਤੇ ਉਨੀ ਮਿਹਨਤ ਅਗਰ ਅਸੀਂ ਇੱਥੇ ਕਰ ਲਈਏ ਤਾਂ ਮੇਰਾ ਖਿਆਲ ਹੈ ਤੁਹਾਨੂੰ ਯੂਰਪ ਜਾਣ ਦੇ ਵਿੱਚ ਵੀ ਕੋਈ ਮੁਸੀਬਤ ਨਹੀਂ। ਚੰਗੇ ਤਰੀਕੇ ਵੀ ਹੈ ਨੇ ਪਾਕਿਸਤਾਨ ਤੋਂ ਜਾਣ ਦੇ, ਬੜੀ ਦੁਨੀਆ ਜਾਂਦੀ ਹੈ, ਸਟੂਡੈਂਟ ਜਾਂਦੇ ਨੇ, ਪੜ੍ਹਨ ਜਾਂਦੇ ਨੇ, ਡਾਕਟਰ ਜਾਂਦੇ ਨੇ, ਇੰਜੀਨੀਅਰ ਜਾਂਦੇ ਨੇ, ਸਾਰੀ ਦੁਨੀਆ ਭੇਜਦੀ ਹੈ। ਇਹਦੇ 'ਚ ਕੋਈ ਬੁਰਾਈ ਨਹੀਂ ਹੈਗੀ ਕਿ ਤੁਸੀਂ ਚੰਗਾ ਇਲਮ ਦੂਜਿਆਂ ਕੋਲੋਂ ਸਿੱਖੋ। ਸਾਡੇ ਇਸਲਾਮ 'ਚ ਵੀ ਕਿਹਾ ਗਿਆ ਹੈ ਕਿ ਇਲਮ ਹਾਸਲ ਕਰੋ, ਭਾਵੇਂ ਤੁਹਾਨੂੰ ਚੀਨ ਜਾਣਾ ਪਿਆ। ਉਸ ਵੇਲੇ ਚੀਨ ਬਹੁਤ ਦੂਰ ਸੀ ਅਤੇ ਮਤਲਬ ਹੈ ਤੁਹਾਨੂੰ ਇਲਮ ਹਾਸਲ ਕਰਨ ਲਈ ਅਤੇ ਕੋਈ ਨਾ ਤਾਂ ਬੰਦਿਸ਼ ਹੈ ਅਤੇ ਨਾ ਕੋਈ ਕਦਗਨ ਹੈ। ਲੇਕਿਨ ਮੁਸੀਬਤ ਇਹ ਹੈਗੀ ਹੈ ਕਿ ਅਗਰ ਅਸੀਂ ਮੁੰਡੇ ਪਾਲ ਕੇ ਵੱਡੇ ਕਰਕੇ ਅਤੇ ਦੂਜਿਆਂ ਦੀ ਖਿਦਮਤ ਲਈ ਕਰਨੇ ਨੇ ਅਤੇ ਫਿਰ ਤਾਂ ਸਾਡਾ ਨੁਕਸਾਨ ਹੈ। ਲੇਕਿਨ ਅਗਰ ਸਾਡੇ ਮੁੰਡੇ ਔਰ ਕੁੜੀਆਂ ਜਾ ਕੇ ਵਾਪਸ ਆ ਕੇ ਔਰ ਆਪਣੇ ਮੁਲਕ ਦੀ ਖਿਦਮਤ ਕਰਦੇ ਨੇ, ਭਾਵੇਂ ਉੱਥੇ ਕਰਨ, ਅਤੇ ਫਿਰ ਸਾਡਾ ਮੁਲਕ ਹੈ ਜਿਹੜਾ ਕਿੱਧਰ ਚਲਾ ਜਾਂਦਾ। ਲੇਕਿਨ ਯਾਰ ਗੱਲ ਹੈਗੀ ਕਿ ਅਸੀਂ ਆਪਣੇ ਮੁਲਕ ਨੂੰ ਆਪ ਹੀ ਸਿੱਧਾ ਪੱਧਰਾ ਕਰਨਾ ਹੈ ਨਾ, ਕਿਸੇ ਨੇ ਤਾਂ ਨਹੀਂ ਕਰਨਾ। ਹੁਣ ਦੇਖੋ ਇੱਕ ਸੜਕ ਹੈ, ਉਹਦੇ ਉੱਤੇ ਪੁੱਠੇ ਪਾਸੇ ਬੰਦਾ ਜਾ ਰਿਹਾ, ਇਹਦੇ 'ਚ ਹਕੂਮਤ ਦਾ ਕੀ ਕਸੂਰ ਹੈ? ਸੜਕ ਦੇ ਉੱਤੇ ਗਲਤ ਡਰਾਈਵਿੰਗ ਕਰ ਰਿਹਾ, ਇਹਦੇ 'ਚ ਹਕੂਮਤ ਦਾ ਕੀ ਕਸੂਰ ਹੈ? ਫਿਰ ਮਾਰੇ ਜਾਂਦੇ ਨੇ। ਫਿਰ ਗਲਤ ਸਿਗਨਲ ਕ੍ਰੋਸ ਕਰਨਗੇ, ਹਕੂਮਤ ਨੇ ਪੁਲ ਬਣਾ ਦਿੱਤਾ, ਬਈ ਉਹਨੇ ਤਾਂ ਨਹੀਂ ਲੰਘਾਉਣਾ, ਤੁਸੀਂ ਆਪ ਵੀ ਤਾਂ ਜ਼ਿੰਮੇਦਾਰੀ ਲਓ, ਉਹਨਾਂ ਦੇ ਉੱਤੇ ਲੰਘ ਜਾਓ, ਉੱਤੋਂ ਲੰਘ ਜਾਓ, ਥੱਲਿਓਂ ਨਹੀਂ ਲੰਘਣਾ। ਦਰਮਿਆਨ 'ਚ ਡਿਵਾਈਡਰ ਲਾ ਦਿੱਤਾ ਇੱਕ ਸੜਕ ਦੇ ਉੱਤੋਂ, ਉਹ ਪੁਲ ਦੇ ਉੱਤੋਂ, ਸੌਰੀ ਦੀਵਾਰ ਦੇ ਉੱਤੋਂ ਲੰਘਣਗੇ, ਤੋੜ ਕੇ ਲੰਘਣਗੇ। ਇਹਦੇ 'ਚ ਕਿਹੜਾ ਹਕੂਮਤ ਦੀ ਕੋਈ ਸਾਡੀ ਅਕਲ ਵੀ ਤਾਂ ਕੰਮ ਕਰਦੀ ਹੈ ਨਾ। ਅੱਲਾਹ ਤਾਲਾ ਨੇ ਸਾਨੂੰ ਜ਼ਿਹਨ ਦਿੱਤਾ ਹੈ ਇਹਦੇ ਸ਼ਹਿਰੀ, ਅਤੇ ਕੋਈ ਅਸੀਂ ਵੀ ਤਾਂ ਜ਼ਿੰਮੇਦਾਰੀ ਚੁੱਕ ਲਈਏ ਨਾ। ਇਹ ਤਾਂ ਨਹੀਂ ਨਾ ਕਿ ਇੱਕ ਡੰਡੇ ਵਾਲਾ ਸੋਟੇ ਵਾਲਾ ਖਲੋਤਾ ਹੈ ਅਤੇ ਫਿਰ ਠੀਕ ਹੈ, ਫਿਰ ਅਸੀਂ ਪੁਲ ਤੋਂ ਵੀ ਲੰਘ ਜਾਵਾਂਗੇ, ਫਿਰ ਅਸੀਂ ਦਰਮਿਆਨ 'ਚ ਜਿਹੜੀ ਖਲੋਤੀ ਦੀਵਾਰ ਹੈ ਉਹਦਾ ਵੀ ਖਿਆਲ ਕਰਾਂਗੇ, ਇਸ਼ਾਰੇ ਦਾ ਖਿਆਲ ਕਰਾਂਗੇ। ਲੇਕਿਨ ਅਗਰ ਨਹੀਂ ਹੈਗਾ ਤਾਂ ਫਿਰ ਅਸੀਂ ਸਾਰੇ ਅਸੂਲ ਨੇ ਜਿਹੜੇ ਉਹਨਾਂ ਦੀ ਖਿਲਾਫਵਰਜ਼ੀ ਕਰਾਂਗੇ, ਔਰ ਫਿਰ ਖਿਲਾਫਵਰਜ਼ੀ ਨਹੀਂ ਕਰਾਂਗੇ, ਉਹਦੇ 'ਤੇ ਫਖਰ ਵੀ ਕਰਾਂਗੇ। ਹਰ ਪੁੱਠਾ ਕੰਮ ਜਿਹੜਾ ਅਸੀਂ ਕਰਨੇ ਹੈ ਬਦਕਿਸਮਤੀ ਨਾਲ, ਅਸੀਂ ਉਹਦੇ 'ਤੇ ਫਖਰ ਵੀ ਕਰਨਾ। ਫਿਰ ਅਸੀਂ ਆਪਣੀ ਹਕੂਮਤ ਨੂੰ ਗਾਲਾਂ ਵੀ ਕੱਢਣੇ, ਔਰ ਸਿਆਸਤਦਾਨਾਂ ਨੂੰ ਵੀ ਗਾਲਾਂ ਕਰਨੇ, ਬਿਊਰੋਕਰੇਟਾਂ ਨੂੰ ਵੀ ਗਾਲਾਂ ਕਰਨੇ, ਦੂਜਿਆਂ ਨੂੰ ਵੀ ਗਾਲਾਂ ਕਰਨੇ। ਉਹ ਯਾਰ ਖੁਦਾ ਦਾ ਖੌਫ ਖਾਓ, ਆਪ ਦਾ ਮੁਲਕ, ਉੱਥੇ ਮਿਹਨਤ ਕਰਨ 'ਚ ਕੀ ਹਰਜ? ਇਹਨੂੰ ਅੱਛਾ ਸੋਚਣ 'ਚ ਕੀ ਹਰਜ ਹੈ? ਆਪਣੀ ਸੋਚ ਬਦਲ ਲਓ ਔਰ ਇਹ ਸੋਚੋ ਕਿ ਸਾਡੇ ਮੁਲਕ ਰੰਗਾ ਕੋਈ ਮੁਲਕ ਨਹੀਂ, ਸਾਰੇ ਅੱਲਾ ਨੇ ਵਸਾਇਲ ਸਾਨੂੰ ਦਿੱਤੇ ਨੇ, ਅਸੀਂ ਇਹਨੂੰ ਠੀਕ ਕਰਨਾ ਹੈ। ਅਸੀਂ ਇਹਦੇ 'ਤੇ ਜਿਹਨੂੰ ਕਹਿੰਦੇ ਹੁਣ ਸਕੂਲ ਹੈ, ਉੱਥੇ ਟੀਚਰਾਂ ਨੇ, ਉਹ ਪੜ੍ਹਾਉਂਦੀਆਂ ਨਹੀਂ ਗੌਰਮੈਂਟ ਦੀਆਂ, ਆਖਰ ਤੰਗ ਆ ਕੇ ਹਕੂਮਤ ਕਹਿੰਦੀ ਜੀ ਪ੍ਰਾਈਵੇਟ ਕਰ ਦਿਓ। ਫਿਰ ਜਨਾਬ ਪ੍ਰੋਟੈਸਟ ਲੈ ਕੇ ਸ਼ੁਰੂ ਹੋ ਜਾਂਦੇ ਨੇ। ਡਾਕਟਰਾਂ ਦਾ ਵੀ ਹਾਲ ਹੈ, ਕਿਸੇ ਪਿੰਡ 'ਚ ਚਲੇ ਜਾਓ, ਬੁਨਿਆਦੀ ਹੈਲਥ ਯੂਨਿਟ ਉੱਤੇ ਕਿਸੇ ਡਾਕਟਰ ਨੂੰ ਭੇਜੋ, ਜਾਂਦਾ ਹੀ ਕੋਈ ਨਹੀਂ, ਉਹਨੂੰ ਵੀ ਲਾਹੌਰ ਚਾਹੀਦਾ, ਮੁਲਤਾਨ ਚਾਹੀਦਾ, ਵੱਡੇ ਸ਼ਹਿਰ ਚਾਹੀਦੇ। ਹਾਲਾਂਕਿ ਉਹ ਮੇਰਾ ਖਿਆਲ ਬੁਨਿਆਦੀ ਅਹਿਦ ਕਰਦਾ ਜੀ ਮੈਂ ਕੌਮ ਦੀ ਖਿਦਮਤ ਕਰਾਂਗਾ। ਕੌਮ ਦੀ ਖਿਦਮਤ ਤਾਂ ਕਿਸੇ ਪਾਸੇ ਹੈ ਕੋਈ ਨਹੀਂ, ਅਸੀਂ ਤਾਂ ਠੇਕਾ ਲਿਆ ਕੌਮ ਤੋਂ ਇਲਾਵਾ ਬਾਕੀ ਸਾਰੇ ਕੰਮ ਕਰਾਂਗੇ। ਇਸੇ ਤਰ੍ਹਾਂ ਸਪੋਰਟਸ, ਉਹਦੇ ਵਿੱਚ ਵੀ ਵੇਖ ਲਓ, ਉਹਦੇ ਵਿੱਚ ਵੀ ਪੈਸਾ ਹੈ, ਪੈਸਾ ਕਰਦੇ ਨੇ। ਹਾਲਾਂਕਿ ਸਪੋਰਟਸ ਦੁਨੀਆ 'ਚ ਇੱਜ਼ਤ ਵਾਸਤੇ ਖੇਡੀ ਜਾਂਦੀ, ਇੱਜ਼ਤ ਵਾਸਤੇ ਲੋਕ ਕਰਦੇ ਨੇ, ਨਾਮ ਵਾਸਤੇ ਕਰਦੇ ਨੇ, ਪੈਸੇ ਲਈ ਥੋੜ੍ਹਾ ਕਰਦੇ ਨੇ।
ਲੇਕਿਨ ਹੁਣ ਪੈਸਾ ਆ ਗਿਆ ਅਤੇ ਉਹ ਜਿਨ੍ਹਾਂ ਲੋਕਾਂ ਨੇ ਮਤਲਬ ਪੈਸੇ ਬਣਾਉਣ ਵਾਲੇ ਉਹ 2 ਨੰਬਰੀ ਲੋਕੀ ਉਹ ਹੁਣ ਸਪੋਰਟਸ 'ਚ ਵੀ ਵੜ ਗਏ ਨੇ। ਉਹਨਾਂ ਨੇ ਜਨਾਬ ਉਹ ਨਾਮ ਨੂੰ ਵੀ ਪੈਸਾ, ਉਹ ਇੰਨਾ ਕੁ ਉਹਨਾਂ ਨੂੰ ਨਾਮ ਚਾਹੀਦਾ ਕਿ ਤਾਂ ਕਿ ਪੈਸਾ ਜ਼ਿਆਦਾ ਬਣ ਜਾਏ। ਇਸ ਤੋਂ ਇਲਾਵਾ ਮਤਲਬ ਅਗਰ ਤੁਸੀਂ ਗੌਰ ਕਰੋ ਤਾਂ ਪਾਕਿਸਤਾਨ ਦੀ ਜਿਹੜੀ ਬਦਕਿਸਮਤੀ ਕਹਿ ਲਓ ਜਾਂ ਸਾਡੀ ਬਦਕਿਸਮਤੀ ਕਹਿ ਲਓ, ਉਹਦੇ ਪਿੱਛੇ ਸਾਡੀ ਬਦਨੀਤੀ ਸ਼ਾਮਲ ਹੈ। ਅਗਰ ਅਸੀਂ ਬਦਨੀਤੀ ਨਾ ਹੋਏ, ਨੇਕ ਨੀਤੀ ਨਾਲ ਕੋਈ ਵੀ ਕੰਮ ਕਰੀਏ, ਤੇ ਮੈਂ ਦਾਅਵੇ ਨਾਲ ਕਹਿ ਸਕਦਾ ਕਿ ਕੁਛ ਹੀ ਸਾਲਾਂ ਦੇ ਵਿੱਚ ਪਾਕਿਸਤਾਨ ਇੱਕ ਚੰਗਾ ਮੁਲਕ, ਅੱਛਾ ਮੁਲਕ ਬਣ ਸਕਦਾ ਹੈ। ਕਿਉਂਕਿ ਕੋਈ ਐਸੀ ਕਮੀ ਨਹੀਂ ਹੈਗੀ ਸਿਵਾਏ ਨੇਕ ਨੀਤੀ ਤੇ ਜਿਹੜੀ ਇੱਥੇ ਨਾ ਹੋਏ। ਸਾਡਾ ਮਸਲਾ ਇੰਤਜ਼ਾਮੀ ਹੈ ਹੀ ਨਹੀਂ, ਇਹ ਬਿਲਕੁਲ ਫਜ਼ੂਲ ਗੱਲ ਹੈ। ਸਾਡਾ ਮਸਲਾ ਇਖਲਾਕੀ ਹੈ, ਸਾਡੀ ਸੋਚ ਦਾ ਮਸਲਾ ਹੈ। ਸਕੂਲ ਨੇ ਜਿਹੜੇ ਉਹ ਕਾਰੋਬਾਰ ਨੇ, ਤਾਲੀਮੀ ਇਦਾਰੇ ਨੇ ਜਿਹੜੇ ਉਹ ਕਾਰੋਬਾਰ ਨੇ, ਸਿਆਸੀ ਜਮਾਤਾਂ ਨੇ ਜਿਹੜੀਆਂ ਉਹ ਕਾਰੋਬਾਰ ਹੈ। ਹਰ ਸ਼ੈ ਨੂੰ ਜਦੋਂ ਅਸੀਂ ਪੈਸੇ ਨਾਲ ਤੋਲਣਾ ਸ਼ੁਰੂ ਕਰ ਦਿਆਂਗੇ ਤੇ ਫਿਰ ਇਨਸਾਨ ਨਹੀਂ ਰਹਿੰਦਾ, ਉਹ ਇੱਕ ਸ਼ੈ ਬਣ ਜਾਂਦੀ ਹੈ ਜਿਹਦੀ ਮਾਰਕੀਟ ਦੇ ਵਿੱਚੋਂ ਤੁਸੀਂ ਮੰਡੀ 'ਚ ਵੈਲਿਊ ਲਾਉਂਦੇ ਹੋ। ਅਤੇ ਜਿਹੜੀ ਸ਼ੈ ਦੀ ਵੈਲਿਊ ਜ਼ਿਆਦਾ ਹੈ, ਉਹਦੀ ਕੀਮਤ ਵੀ ਜ਼ਿਆਦਾ ਹੈ, ਉਹਦੀ ਡਿਮਾਂਡ ਵੀ ਜ਼ਿਆਦਾ ਹੈ, ਅਤੇ ਲੋਕ ਉਹੀ ਲੈਂਦੇ ਨੇ ਜਾਂ ਉਹਦੇ ਪਿੱਛੇ ਨੱਸਦੇ ਨੇ। ਲੇਕਿਨ ਇਨਸਾਨ ਮੁਖਤਲਿਫ ਹੈ। ਇਨਸਾਨ ਆਪਣੇ ਅਸੂਲਾਂ 'ਤੇ ਜ਼ਿੰਦਾ ਰਹਿੰਦੇ ਨੇ, ਆਪਣੀ ਇੱਜ਼ਤ ਵਾਸਤੇ ਜ਼ਿੰਦਾ ਰਹਿੰਦੇ ਨੇ, ਔਰ ਮੁਲਕ ਵੀ ਇਸੇ ਤਰ੍ਹਾਂ ਨੇ। ਜਿਨ੍ਹਾਂ ਮੁਲਕਾਂ ਦੀ ਇੱਜ਼ਤ ਹੈ ਉਹਨਾਂ ਦੇ ਅਸੂਲ ਵੀ ਨੇ, ਉਹਨਾਂ ਦੇ ਸ਼ਹਿਰੀਆਂ ਦੀ ਵੀ ਇੱਜ਼ਤ ਹੈ। ਅਤੇ ਬੜੀ ਮਿਹਰਬਾਨੀ, ਸਾਰੇ ਆਪਣਾ ਖਿਆਲ ਰੱਖੋ। ਇਨਸ਼ਾ ਅੱਲਾ ਅਗਲੀ ਦਫਾ ਫਿਰ ਗੱਲ ਕਰਾਂਗੇ। ਇਹ ਗੱਲ ਐਸੀ ਕਿ ਪਾਕਿਸਤਾਨ ਨੂੰ ਚੰਗਾ ਜਾਂ ਅਜ਼ੀਮ ਬਣਾਉਣਾ ਸਾਡੇ ਆਪਣੇ ਵਾਸਤੇ, ਇਹ ਗੱਲ ਸਾਡੇ ਤੋਂ ਹੀ ਸ਼ੁਰੂ ਹੁੰਦੀ ਹੈ ਅਤੇ ਸਾਡੇ ਤੋਂ ਹੀ ਖ਼ਤਮ ਹੁੰਦੀ ਹੈ। ਇਹ ਬੜੀ ਮਸ਼ਹੂਰ ਗੱਲ ਹੈ ਕਿ ਇਬਨ ਅਰਬੀ ਨੂੰ ਕਿਸੇ ਨੇ ਪੁੱਛਿਆ ਕਿ ਬੰਦਾ ਜਿਹੜਾ ਹੈ ਉਹ ਕਾਇਨਾਤ ਦਾ ਨਕਸ਼ਾ ਬਣਾਏ ਤੇ ਕੈਸਾ ਬਣਾਏਗਾ। ਤੇ ਉਹਨੇ ਬੜੀ ਅੱਛੀ ਗੱਲ ਕੀਤੀ ਸੀ। ਉਹਨੇ ਕਿਹਾ ਇੱਕ ਬੰਦਾ ਅਗਰ ਕਾਇਨਾਤ ਦਾ ਨਕਸ਼ਾ ਬਣਾਏਗਾ ਤਾਂ ਉਹ ਸਭ ਤੋਂ ਪਹਿਲੇ ਆਪਣਾ ਹੀ ਖਾਕਾ ਖਿੱਚਦਾ ਹੈ। ਇਹ ਗੱਲ ਯਾਦ ਰੱਖੋ। ਅਗਰ ਅਸੀਂ ਅੰਦਰੋਂ ਚੰਗੇ ਹਾਂ ਸਾਡਾ ਮੁਲਕ ਵੀ ਚੰਗਾ ਹੈ, ਅਤੇ ਅਗਰ ਅਸੀਂ ਅੰਦਰੋਂ ਹੀ ਬੇਈਮਾਨ ਹੈ, ਬਦਨੀਅਤ ਹੈ, ਤਾਂ ਮੁਲਕ ਦਾ ਵੀ ਉਹੀ ਹਾਲ ਹੈ। ਇਹ ਤੁਹਾਨੂੰ ਮੈਂ ਦਾਅਵੇ ਨਾਲ ਕਹਿ ਸਕਦਾ। ਬਹੁਤ ਸ਼ੁਕਰੀਆ, ਖੁਸ਼ ਰਹੋ, ਅੱਲਾ ਹਾਫਿਜ਼।